ਸਤਿਕਾਰਯੋਗ ਦਰਸ਼ਕੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗਿਆਨੀ ਸਰਵਣ ਸਿੰਘ UK ਦੇ ਕੋਵੈਂਟਰੀ ਸ਼ਹਿਰ ਤੋਂ ਯੂਨੀਵਰਸਲ ਸਿੱਖ ਬ੍ਰਦਰਹੁੱਡ ਚੈਨਲ ਰਾਹੀਂ ਆਪ ਜੀ ਨੂੰ ਮੁਖਾਤਿਬ ਹੈ। ਇਹਨਾਂ ਦਿਨਾਂ ਵਿੱਚ ਆਪਾਂ ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਪਾਵਨ ਸਾਖੀਆਂ ਤੇ ਉਹਨਾਂ ਦੀ ਸਿੱਖਿਆ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਤੇ ਇਸ ਪੜਾਅ ਤੱਕ ਪੁੱਜ ਚੁੱਕੇ ਹਾਂ ਕਿ ਪਿਤਾ ਮਹਿਤਾ ਕਾਲੂ ਜੀ ਦੀ ਆਗਿਆ ਅਨੁਸਾਰ ਸਤਿਗੁਰੂ ਜੀ ਪਸ਼ੂਆਂ ਨੂੰ ਖੇਤਾਂ ਵਿੱਚ ਚਾਰਨ ਵਾਸਤੇ ਲੈ ਕੇ ਜਾਂਦੇ ਨੇ। ਉਹਨਾਂ ਦਿਨਾਂ ਵਿੱਚ ਹੀ ਖੇਤੀ ਹਰੀ ਕਰਨ ਦੀ ਜੋ ਸਾਖੀ ਹੈ ਉਹ ਆਪਾਂ ਸਾਂਝੀ ਕਰ ਚੁੱਕੇ ਹਾਂ ਤੇ ਇਸੇ ਦੌਰਾਨ ਇੱਕ ਹੋਰ ਬੜੀ ਜਗਤ ਪ੍ਰਸਿੱਧ ਘਟਨਾ ਵਾਪਰਦੀ ਹੈ। ਸਤਿਗੁਰੂ ਜੀ ਮਾਲ ਦੇ ਦਰਖਤ ਹੇਠ, ਜਿਸ ਨੂੰ ਪੀਲੂ ਵੀ ਆਖਦੇ ਨੇ, ਤੇ ਉਹ ਦਰਖਤ ਅੱਜ ਵੀ ਮਾਲ ਜੀ ਸਾਹਿਬ ਗੁਰਦੁਆਰਾ ਵਿਖੇ ਸੁਸ਼ੋਭਿਤ ਹੈ। 180 ਮੁਰੱਬੇ ਜ਼ਮੀਨ ਹੈ ਅੱਜ ਉਸ ਸਥਾਨ ਦੇ ਨਾਮ ਨਾਲ। ਜਗੀਰ ਵੀ ਹੈ, ਸਾਲਾਨਾ ਜਗੀਰ ਮਿਲਦੀ ਹੈ। ਸਤਿਗੁਰੂ ਜੀ ਉਸ ਦਰਖਤ ਦੇ ਹੇਠ ਦੁਪਹਿਰ ਨੂੰ ਵਿਸ਼ਰਾਮ ਕਰਨ ਵਾਸਤੇ ਲੇਟੇ ਹੋਏ ਨੇ ਤੇ ਸਮੇਂ ਅਨੁਸਾਰ ਧਰਤੀ ਆਖਰ ਘੁੰਮਦੀ ਹੈ ਤੇ ਦਰਖਤਾਂ ਦੀ ਛਾਇਆ ਸੁਭਾਵਿਕ ਤੌਰ ਤੇ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ ਬਦਲ ਜਾਂਦੀ ਹੈ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਖਟ ਘਟਕਾ ਜਬ ਸੋਤੇ ਬੀਤੀ, 6 ਘੜੀਆਂ ਸਤਿਗੁਰੂ ਜੀ ਨੂੰ ਆਰਾਮ ਕਰਦਿਆਂ ਹੋ ਗਈਆਂ ਤੇ ਤਰਵਰ ਕੀ ਛਾਇਆ ਵਿਪਰੀਤੀ, ਦਰਖਤ ਦੀ ਛਾਂ ਦੂਜੇ ਪਾਸੇ ਚਲੇ ਗਈ। ਪੱਛਮ ਦਿਸ਼ਾ, ਪੱਛਮ ਦੇ ਪਾਸੇ ਵੱਲ ਹੁਣ ਸੂਰਜ ਪੂਰਬ ਤੋਂ ਨਿਕਲਦਾ ਹੈ, ਪੱਛਮ ਵੱਲ ਨੂੰ ਜਾ ਰਿਹਾ ਹੈ। ਤਰਨ ਬਹੁ ਜਾਵਾ, ਮੁਖ ਪੰਕਜ ਪਰ ਆਤਪ ਆਵਾ, ਤੇ ਸਤਿਗੁਰੂ ਜੀ ਦੇ ਪਾਵਨ ਮੁਖਾਰ ਬਿੰਦ ਤੇ ਮੁਖੜੇ ਤੇ ਧੁੱਪ ਆ ਗਈ। ਇਤਿਹਾਸ ਵਿੱਚ ਸਾਖੀ ਹੈ ਕਿ ਉਸ ਵੇਲੇ ਇੱਕ ਨਾਗ ਨੇ ਆ ਕੇ ਆਪਣਾ ਫਣ ਫੈਲਾ ਦਿੱਤਾ ਹਜ਼ੂਰ ਦੇ ਮੁਖ ਦੇ ਉੱਪਰ, ਜਿਵੇਂ ਉਹ ਛਾਂ ਕਰਨ ਦੀ ਸੇਵਾ ਕਰ ਰਿਹਾ ਹੋਵੇ। ਤੇ ਇੱਧਰੋਂ ਅਚਾਨਕ ਆਪਣੇ ਕੁਝ ਕਾਰਿੰਦਿਆਂ ਦੇ ਨਾਲ ਇਲਾਕੇ ਦੇ ਚੌਧਰੀ ਰਾਏ ਬੁਲਾਰ ਜੀ ਲੰਘਦੇ ਨੇ। ਉਹਨਾਂ ਦੂਰੋਂ ਦੇਖਿਆ ਕੋਈ ਲੇਟਿਆ ਹੋਇਆ ਹੈ ਤੇ ਉਸਦੇ ਸਿਰ ਵਾਲੇ ਪਾਸੇ ਇੱਕ ਸੱਪ ਫਣ ਫੈਲਾਈ ਖੜੋਤਾ ਹੈ। ਸੁਭਾਵਿਕ ਸੀ, ਸੱਪ ਦਾ ਡਰ ਹਰ ਬੰਦੇ ਦੇ ਅੰਦਰ ਹੈ, ਕਿਧਰੇ ਇਸ ਸੌਣ ਵਾਲੇ ਮਨੁੱਖ ਨੂੰ ਡਸ ਹੀ ਨਾ ਲਿਆ ਹੋਵੇ, ਮਨ ਵਿੱਚ ਖਿਆਲ ਆਇਆ। ਤੇ ਨਾਲ ਨਾਲ ਇੱਕ ਵਿਚਾਰ ਹੋਰ ਵੀ ਉੱਠ ਖੜੀ ਹੋਈ ਕਿ ਜੇ ਇਹ ਬਚ ਗਿਆ ਹੋਇਆ, ਸੱਪ ਨੇ ਕੁਝ ਨਾ ਆਖਿਆ ਹੋਇਆ, ਫਿਰ ਤਾਂ ਧੁੱਪ ਵਿੱਚ ਛਾਂ ਕਰਨ ਵਾਲੀ, ਸੇਵਾ ਕਰਨ ਵਾਲੀ ਗੱਲ ਹੈ। ਫਿਰ ਇਹ ਆਮ ਆਦਮੀ ਨਹੀਂ, ਕੋਈ ਖਾਸ ਰੱਬੀ ਨੂਰ ਹੈ। ਐਸਾ ਸੋਚ ਕੇ ਇੱਕਦਮ ਆਪਣੇ ਕਰਿੰਦੇ ਨੂੰ ਭਜਾਇਆ ਕਿ ਦੌੜ ਕੇ ਜਾ, ਅੱਗੇ ਹੋ ਵੇਖ, ਤੇ ਸੱਪ ਨੂੰ ਦੌੜਾ। ਆਪ ਵੀ ਘੋੜੇ ਨੂੰ ਛੇੜ ਕੇ ਉਸ ਸਥਾਨ ਤੇ ਪਹੁੰਚ ਜਾਂਦਾ ਹੈ। ਬਾਕੀ ਦੇ ਸੇਵਾਦਾਰ ਉਸਦੇ ਵੀ ਨਾਲ ਚਲੇ ਜਾਂਦੇ ਨੇ। ਸੱਪ ਦੌੜ ਗਿਆ, ਕਿਧਰੇ ਆਪਣੀ ਵਰਮੀ ਵਿੱਚ ਜਾ ਵੜਿਆ। ਸਤਿਗੁਰੂ ਜੀ ਉੱਠ ਖੜੇ ਹੋਏ। ਰਾਏ ਬੁਲਾਰ ਜੀ ਘੋੜੇ ਤੋਂ ਉਤਰਦੇ ਨੇ ਤੇ ਬਾਬਾ ਨਾਨਕ ਜੀ ਨੂੰ ਗਲਵੱਕੜੀ ਵਿੱਚ ਲੈ ਲੈਂਦੇ ਨੇ। ਸਤਿਗੁਰੂ ਜੀ ਦੀ ਮਹਿਮਾ ਬਾਰੇ ਤਾਂ ਰਾਏ ਬੁਲਾਰ ਜੀ ਨੂੰ ਪਹਿਲਾਂ ਹੀ ਪਤਾ ਸੀ, ਪਰ ਉਂਝ ਵੀ ਅਸੀਂ ਵੇਖੀਏ, ਕੋਈ ਆਮ ਮਨੁੱਖ ਵੀ ਐਸੇ ਖਤਰਨਾਕ ਸਮੇਂ ਵਿੱਚ ਬਚ ਗਿਆ ਹੋਵੇ, ਸੁਭਾਵਿਕ ਹੀ ਉਸ ਦੇ ਪ੍ਰਤੀ ਪ੍ਰੇਮ ਜਾਗ ਪੈਂਦਾ ਹੈ। ਇਹ ਤਾਂ ਗੁਰੂ ਨਾਨਕ ਸਾਹਿਬ ਸਨ ਤੇ ਤਿੰਨਾਂ ਦੀ ਅਜ਼ਮਤ ਤੋਂ ਰਾਏ ਬੁਲਾਰ ਜੀ ਵੀ ਵਾਕਿਫ ਸਨ। ਉਹਨਾਂ ਘੁੱਟ ਕੇ ਗਲਵੱਕੜੀ ਵਿੱਚ ਲੈ ਕੇ ਛਾਤੀ ਨਾਲ ਲਾ ਲਿਆ ਬਾਬੇ ਨਾਨਕ ਨੂੰ ਤੇ ਰੱਬ ਦਾ ਲੱਖ ਲੱਖ ਸ਼ੁਕਰ ਮਨਾਇਆ ਕਿ ਯਾ ਖੁਦਾ ਤੇਰੀ ਰਹਿਮਤ ਹੋਈ ਹੈ। ਸੱਪ ਨੇ ਦੱਸਿਆ ਨਹੀਂ। ਸ਼ਰਧਾ ਵੀ ਹੋਰ ਵੱਧ ਗਈ। ਹੁਣ
ਇਹ ਦੇਖਣ ਤੋਂ ਬਾਅਦ ਰਾਏ ਬੁਲਾਰ ਜੀ ਦੇ ਮਨ ਵਿੱਚ ਆਇਆ, ਮਹਿਤਾ ਕਾਲੂ ਜੀ ਨੂੰ ਵੀ ਸੱਦ ਕੇ ਮੈਂ ਆਪਣੇ ਪਾਸ ਤੇ ਸਮਝਾਵਾਂ ਕਿ ਨਾਨਕ ਨੂੰ ਆਮ ਬੱਚਾ ਨਾ ਸਮਝ ਬੈਠੀ, ਕਿਧਰੇ ਦੁਰਬਚਨ ਨਾ ਬੋਲ ਬੈਠੀ ਜਿਵੇਂ ਮਾਪੇ ਅਕਸਰ ਬੋਲਦਿਆ ਕਰਦੇ ਨੇ। ਇਹ ਰੱਬੀ ਨੂਰ ਹੈ। ਕਹਿੰਦੇ ਨੇ ਰਾਏ ਬੁਲਾਰ ਜੀ ਨੇ ਜਾ ਕੇ ਮਹਿਤਾ ਕਾਲੂ ਜੀ ਨੂੰ ਆਪਣੇ ਪਾਸ ਸੱਦਿਆ ਤੇ ਸੱਦ ਕੇ ਆਖਿਆ, ਨਿਜ ਸੁਤ ਕੋ ਸੁਤ ਜਾਣੋ ਨਹੀਂ, ਆਪਣੇ ਪੁੱਤਰ ਨੂੰ ਕੇਵਲ ਪੁੱਤਰ ਨਾ ਜਾਣੀ, ਭਾ ਅਵਤਾਰ ਤੋਹੇ ਕਰ ਮਾਹੀ। ਤੇਰੇ ਘਰ ਅੰਦਰ ਖੁਦਾ ਦਾ ਅਵਤਾਰ ਆਇਆ ਹੈ। ਤਾਤ ਜਾਨ ਦੁਰਬਚਨ ਨਾ ਭਾਖੋ, ਕਿਧਰੇ ਪੁੱਤਰ ਜਾਣ ਕੇ ਤੇ ਜਿਵੇਂ ਮਾਪੇ ਝਿੜਕ ਦਿੰਦੇ ਨੇ, ਕਿਤੇ ਭੈੜਾ ਬੋਲ ਨਾ ਬੋਲ ਬੈਠੀ। ਪਰਮੇਸ਼ਰ ਸਮ ਸ਼ਰਧਾ ਰੱਖੋ। ਇਸ ਤੇ ਇਉਂ ਸ਼ਰਧਾ ਰੱਖੀ ਮਹਿਤਾ ਜੀ ਜਿਵੇਂ ਖੁਦਾ ਤੇ ਰੱਖੀ ਦੀ ਹੈ, ਨਿਰੰਕਾਰ ਤੇ ਰੱਖੀ ਦੀ ਹੈ। ਤੇ ਸਾਰੀ ਸਾਖੀ ਵੀ ਰਾਏ ਬੁਲਾਰ ਜੀ ਨੇ ਮਹਿਤਾ ਜੀ ਨੂੰ ਸੁਣਾਈ ਕਿ ਅੱਜ ਮੈਂ ਅੱਖੀਂ ਦੇਖ ਕੇ ਆਇਆ ਹਾਂ ਜੋ ਕੁਝ ਵਰਤਿਆ ਹੈ। ਗੁਰੂ ਨਾਨਕ ਸਾਹਿਬ ਨੂੰ ਜ਼ਹਿਰੀਲੇ ਨਾਗ ਛਾਵਾਂ ਕਰਨ ਇਹ ਸੁਭਾਵਿਕ ਹੀ ਹੋ ਸਕਦਾ ਹੈ। ਬਾਬੇ ਦੀ ਸ਼ਕਤੀ ਬਾਬਾ ਹੀ ਜਾਣਦਾ ਹੈ। ਨਿਰੰਕਾਰ ਸਵਰੂਪ ਨੇ। ਸਤਿਗੁਰੂ ਜੀ ਦੀ ਅਥਾਹ ਸ਼ਕਤੀ ਹੈ। ਕੁਦਰਤ ਸਤਿਗੁਰੂ ਜੀ ਦੀ ਗੁਲਾਮੀ ਕਰ ਸਕਦੀ ਹੈ। ਭਾਈ ਗੁਰਦਾਸ ਜੀ ਨੇ ਆਖਿਆ ਵੀ ਹੈ ਕਿ ਹੁਕਮੇ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ। ਕੁਦਰਤ ਵੀ ਜਵਾਬ ਨਹੀਂ ਦੇ ਸਕਦੀ। ਜ਼ਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਸਾਹਿਬ ਦੀ ਮਹਿਮਾ ਅਪਰੰਪਾਰ ਹੈ। ਪਰ ਸਾਨੂੰ ਇਸ ਸਾਖੀ ਵਿੱਚੋਂ ਜੋ ਅਧਿਆਤਮਿਕ ਸਿੱਖਿਆ ਮਿਲਦੀ ਹੈ ਉਸ ਬਾਰੇ ਕੁਝ ਵਿਚਾਰਾਂ ਆਪਾਂ ਸਾਂਝੀਆਂ ਕਰਨੀਆਂ ਹਨ। ਗੁਰਬਾਣੀ ਵਿੱਚ ਮਾਇਆ ਨੂੰ ਸਰਪਣੀ ਆਖਿਆ ਗਿਆ ਹੈ ਤੇ ਆਮ ਤੌਰ ਤੇ ਆਮ ਜੀਵਾਂ ਨੂੰ, ਇਨਸਾਨਾਂ ਨੂੰ ਇਹ ਦੱਸਦੀ ਹੀ ਹੈ ਸਰੀਰ ਵਿੱਚ ਕੀ, ਜ਼ਿੰਦਗੀ ਵਿੱਚ ਜ਼ਹਿਰ ਫੈਲਾ ਦਿੰਦੀ ਹੈ। ਇਸ ਮਾਇਆ ਦੀ ਖਾਤਰ ਲੱਖ ਗੁਨਾਹ ਕਰਦੇ ਹਾਂ, ਪਾਪ ਕਰਦੇ ਹਾਂ, ਠੱਗੀਆਂ ਮਾਰਦੇ ਹਾਂ, ਹੋਰ ਮਿਲ ਜਾਏ, ਹੋਰ ਮਿਲ ਜਾਏ ਤੇ ਹੋਰ ਮਿਲ ਜਾਏ। ਜਿਵੇਂ ਜਿਵੇਂ ਇਹ ਭਾਵਨਾਵਾਂ ਸਾਡੇ ਅੰਦਰ ਬੁਰੀਆਂ ਭਰਦੀਆਂ ਜਾਂਦੀਆਂ ਨੇ, ਜ਼ਹਿਰ ਜ਼ਿੰਦਗੀ ਵਿੱਚ ਫੈਲਦਾ ਜਾਂਦਾ ਹੈ। ਟਿਕਾ ਕਿਧਰੇ ਨਹੀਂ ਤੇ ਰੱਜਦਾ ਮਨੁੱਖ ਹੈ ਕੋਈ ਨਹੀਂ। ਜ਼ਿੰਦਗੀ ਜ਼ਹਿਰੀਲੀ ਬਣਾ ਬੈਠਦਾ ਹੈ। ਪਾਸ ਆ ਜਾਂਦੀ ਹੈ, ਜੇ ਕਿਧਰੇ ਖਰਚਣ ਲੱਗ ਪਵੇ ਤਾਂ ਫਿਰ ਐਸ਼ ਤੇ ਖਰਚਦਾ ਹੈ, ਲੋਕ ਦਿਖਾਵੇ ਲਈ ਖਰਚਦਾ ਹੈ, ਅਯਾਸ਼ੀ ਤੇ ਖਰਚਦਾ ਹੈ, ਉਹ ਹੋਰ ਜ਼ਹਿਰ ਭਰ ਜਾਂਦੀ ਹੈ। ਸਰਪ ਨੂੰ ਕਾਬੂ ਨਾ ਕਰਨਾ ਆਉਂਦਾ ਹੋਵੇ ਤਾਂ ਕੇਵਲ ਜ਼ਹਿਰ ਹੀ ਹੈ ਮਿਲਦੀ। ਗੁਰੂ ਨਾਨਕ ਸਾਹਿਬ ਦੀ ਸਾਖੀ ਵਿੱਚੋਂ ਆਪਾਂ ਕੁਝ ਸਮਝਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਮਾਇਆ ਨੂੰ ਸਰਪਣੀ, ਨਾਗਣੀ ਕਈ ਦਫਾ ਆਖਿਆ ਗਿਆ ਹੈ। ਪਰ ਸਾਡੀ ਆਦਤ ਹੈ ਗਹਿਰਾਈ ਤੱਕ ਸਮਝਣ ਦੇ ਥਾਂ ਅਸੀਂ ਬਾਹਰ ਭਟਕ ਜਾਂਦੇ ਹਾਂ। ਮੈਂ ਬਚਪਨ ਵਿੱਚ ਇੱਕ ਗ੍ਰੰਥ ਦੇਖਿਆ ਸੀ, ਅੱਜ ਵੀ ਮੈਨੂੰ ਯਾਦ ਆ ਰਿਹਾ ਹੈ। ਕਬੀਰ ਜੀ ਦਾ ਸ਼ਬਦ, ਸਰਪਣੀ ਸਰਪਣੀ ਕਿਆ ਕਹੋ ਭਾਈ, ਜਿਨ ਸਾਚ ਪਛਾਨਿਆ ਤਿਨ ਸਰਪਣੀ ਖਾਈ। ਕੀ ਸਪਣੀ ਸਪਣੀ ਆਖਦੇ ਹੋ? ਸੱਚ ਨੂੰ ਪਛਾਣ ਲਓ, ਸਰਪਣੀ ਨੂੰ ਸਮਝੋ ਖਾ ਲਿਆ, ਹਜ਼ਮ ਹੋ ਜਾਏਗੀ, ਕੋਈ ਨੁਕਸਾਨ ਨਹੀਂ ਕਰਦੀ। ਪਰ ਜਦੋਂ ਉਸ ਗ੍ਰੰਥ ਦੇ ਕਰਤਾ ਨੇ, ਮੈਨੂੰ ਨਾਮ ਤਾਂ ਅੱਜ ਯਾਦ ਨਹੀਂ, ਬਚਪਨ ਦੀ ਘਟਨਾ ਹੈ, ਜਦ ਮੈਂ ਪੜ੍ਹਿਆ ਸੀ, ਤਾਂ ਉਸਨੇ ਨਾਲ ਸਾਖੀ ਜੋੜ ਦਿੱਤੀ ਹੈ ਕਿ ਕਬੀਰ ਜੀ ਬੈਠੇ ਸਨ, ਕੁਝ ਸਤ ਸੰਗੀ ਵੀ ਪਾਸ ਬੈਠੇ ਸਨ, ਸੰਗਤ ਵਾਂਗ ਜੁੜਿਆ ਹੋਇਆ ਇਕੱਠ ਸੀ। ਕਬੀਰ ਜੀ ਉਪਦੇਸ਼ ਕਰ ਰਹੇ ਸਨ ਕਿ ਅਚਾਨਕ ਇੱਕ ਸੱਪ ਆ ਗਿਆ ਤੇ ਲੋਕ ਆਖਣ ਲੱਗ ਪਏ ਨਾਗਣੀ ਆ ਗਈ, ਨਾਗਣੀ ਆ ਗਈ, ਸਰਪਣੀ ਆ ਗਈ। ਤਾਂ ਕਬੀਰ ਜੀ ਨੇ ਆਖਿਆ, ਨਹੀਂ ਭਾਈ, ਸਰਪਣੀ ਸਰਪਣੀ ਕਿਆ ਕਹੋ ਭਾਈ। ਅਸੀਂ ਗੁਰਬਾਣੀ ਦੀ ਗਹਿਰਾਈ ਵਿੱਚ ਜਾਣ ਦੇ ਥਾਂ ਉੱਪਰ ਕੋਲੋਂ ਕਹਾਣੀਆਂ ਬਣਾ ਕੇ ਸੁਣਾਈ ਜਾਂਦੇ ਹਨ। ਕਬੀਰ ਜੀ ਮਾਇਆ ਨੂੰ ਸਰਪਣੀ ਕਹਿ ਰਹੇ ਹਨ। ਕੋਈ ਨਾਗਣੀ ਆਈ ਨਹੀਂ,
ਜੇ ਸੱਪ ਆਇਆ ਹੈ ਤਾਂ ਪਾਰਖੂ ਤੋਂ ਬਿਨਾਂ ਕੌਣ ਪਛਾਣ ਲਏਗਾ ਕਿ ਇਹ ਨਾਗਣੀ ਹੈ ਕਿ ਨਾਗ ਹੈ। ਖੈਰ, ਮਾਇਆ ਨੂੰ ਨਾਗਣੀ ਇੱਕ ਵਾਰ ਨਹੀਂ, ਗੁਰਬਾਣੀ ਵਿੱਚ ਅਨੇਕ ਵਾਰ ਕਿਹਾ ਗਿਆ ਹੈ, ਪਰ ਉਹ ਆਮ ਬੰਦੇ ਵਾਸਤੇ ਹੈ ਜਿਸ ਨੂੰ ਇਸ ਨਾਲ ਡੀਲ ਕਰਨਾ ਨਹੀਂ ਆਇਆ। ਪਾਪ ਕਰਕੇ ਕਮਾਉਂਦਾ ਹੈ, ਪਾਪਾਂ ਤੇ ਖਰਚਦਾ ਹੈ, ਜ਼ਿੰਦਗੀ ਜ਼ਹਿਰੀਲੀ ਬਣ ਜਾਂਦੀ ਹੈ। ਜਿਨ੍ਹਾਂ ਨੂੰ ਜਾਂਚ ਆ ਗਈ, ਸਭ ਤੋਂ ਪਹਿਲਾਂ ਆਪਾਂ ਸਾਖੀ ਦੇ ਵਿੱਚ ਪਹਿਲੀ ਗੱਲ ਦੇਖੀਏ, ਗੁਰੂ ਨਾਨਕ ਸਾਹਿਬ ਜੀ ਆਰਾਮ ਵਿੱਚ ਨੇ, ਆਪਣੀ ਮਸਤੀ ਵਿੱਚ ਲੇਟੇ ਹੋਏ ਨੇ। ਆਪਣੇ ਜੀਵਨ ਵੱਲ ਝਾਤ ਮਾਰੋ, ਕੋਈ ਆਰਾਮ ਹੈ? ਦੂਜੇ ਬਾਰੇ ਤਾਂ ਸਾਨੂੰ ਭੁਲੇਖਾ ਲੱਗ ਸਕਦਾ ਹੈ, ਆਪਣੇ ਆਪ ਬਾਰੇ ਹਰ ਮਨੁੱਖ ਸੋਚੇ ਕਿ ਮੇਰੀ ਜ਼ਿੰਦਗੀ ਚੈਨ ਵਿੱਚ ਬੀਤ ਰਹੀ ਹੈ ਜਾਂ ਦੌੜ ਭੱਜ ਵਿੱਚ ਹੀ ਲੱਗਾ ਹੋਇਆ। ਰਾਤ ਸੁਪਨੇ ਵੀ ਉਸੇ ਦੌੜ ਭੱਜ ਦੇ ਚੱਲ ਰਹੇ ਨੇ। ਗੁਰੂ ਨਾਨਕ ਦੀ ਜ਼ਿੰਦਗੀ ਵਿੱਚ ਇੱਕ ਰਿਲੈਕਸੇਸ਼ਨ ਹੈ, ਤੇ ਉਸ ਰਿਲੈਕਸੇਸ਼ਨ ਦੇ ਵਿੱਚ ਵਿਚਰਨ ਵਾਲਾ ਕੋਈ ਵੀ ਵਿਅਕਤੀ ਕਿਉਂ ਨਾ ਹੋਵੇ, ਉਹ ਮਾਇਆ ਨਾਲ ਜਦ ਵਾਸਤਾ ਪਾਵੇਗਾ ਫਿਰ ਇਹ ਨਾਗਣੀ ਨਹੀਂ ਬਣ ਸਕਦੀ। ਉਹ ਧੀਰਜ ਨਾਲ ਕਮਾਏਗਾ। ਕਮਾਈ ਕਰਨੀ ਕੋਈ ਬੁਰਾਈ ਨਹੀਂ, ਮਨੁੱਖ ਦਾ ਫਰਜ਼ ਹੈ ਕਮਾਏ, ਮਿਹਨਤ ਕਰੇ, ਮੁਸ਼ੱਕਤ ਕਰੇ। ਉਹ ਕਿਰਤ ਕਰਕੇ ਕਮਾਏਗਾ। ਤੇ ਧਰਮ ਦਾ ਇਹ ਮੁੱਢਲੇ 3 ਅਸੂਲਾਂ ਵਿੱਚੋਂ ਅਸੂਲ ਹੈ ਕਿਰਤ ਕਰਨੀ। ਨਾਮ ਜਪਣਾ ਵੀ ਅਸੂਲ ਹੈ, ਵੰਡ ਕੇ ਛਕਣਾ ਵੀ ਅਸੂਲ ਹੈ। ਨਾਮ ਜਪਣ ਨਾਲ ਮਨੁੱਖ ਦੀ ਬਿਰਤੀ ਸ਼ੁੱਧ ਰਹਿੰਦੀ ਹੈ। ਉਹ ਕਿਰਤ ਕਰਕੇ ਕਮਾਉਂਦਾ ਹੈ ਤਾਂ ਕਿਰਤ ਸੁੱਚੀ ਹੋਵੇਗੀ, ਕੋਈ ਜ਼ਹਿਰ ਨਹੀਂ ਜ਼ਿੰਦਗੀ ਵਿੱਚ ਭਰੇਗੀ। ਵੰਡ ਕੇ ਛਕਣ ਦੀ ਆਦਤ ਪੈ ਗਈ, ਲੋੜਵੰਦਾਂ ਦੇ ਕੰਮ ਆਉਣ ਲੱਗ ਪਿਆ, ਤਾਂ ਮਾਇਆ ਉਧਰ ਵੀ ਸਫਲ ਹੋਈ, ਜ਼ਹਿਰ ਨਹੀਂ ਫੈਲਾ ਸਕੀ। ਅਯਾਸ਼ੀ ਤੇ ਖਰਚੀ ਹੋਈ ਮਾਇਆ ਜ਼ਹਿਰ ਫੈਲਾਉਂਦੀ ਹੈ, ਫਿਰ ਇਹ ਨਾਗਣੀ ਹੈ, ਫਿਰ ਸਾਨੂੰ ਕਾਬੂ ਨਹੀਂ ਕਰਨੀ ਆਈ। ਕਬੀਰ ਜੀ ਨੇ ਆਖਿਆ ਹੈ, ਐਵੇਂ ਹੀ ਮਾਇਆ ਨੂੰ ਬੁਰੀ ਬੁਰੀ ਨਾ ਆਖੀ ਜਾਓ, ਸਮਝਣ ਦੀ ਲੋੜ ਹੈ। ਇਹ ਹੈ ਤਾਂ ਨਾਗਣੀ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਨਾਗਾਂ ਨੂੰ ਵੀ ਵਸ ਕਰਨ ਦੀ ਜੁਗਤ ਹੁੰਦੀ ਹੈ। ਮਨੁੱਖ ਦਾ ਪਹਿਲਾ ਸੁਭਾਅ ਹੈ ਕਿ ਇਹ ਰਿਲੈਕਸੇਸ਼ਨ ਵਿੱਚ ਨਹੀਂ, ਭਟਕਣਾਵਾਂ ਵਿੱਚ ਭਟਕਿਆ ਪਿਆ ਹੈ। ਤੇ ਭਟਕਣਾਵਾਂ ਕੀ ਨੇ? ਜਦੋਂ ਵੀ ਜ਼ਿੰਦਗੀ ਵਿੱਚ ਜਲਦੀ ਆਵੇ, ਉਸ ਵੇਲੇ ਧਿਆਨ ਮਾਰ ਕੇ ਦੇਖ ਲੈਣਾ ਕਿਧਰੇ ਇਹ ਬੁਰਾ ਕਰਮ ਤਾਂ ਨਹੀਂ। ਆਮ ਤੌਰ ਤੇ ਮਨੁੱਖ ਦਾ ਇੱਕ ਸੁਭਾਅ ਹੈ, ਪੰਚਮ ਪਾਤਸ਼ਾਹ ਜੀ ਦੇ ਬਚਨ ਹਨ, ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਚੰਗਾ ਕੰਮ ਕਰਨਾ ਹੋਵੇ, ਮਨੁੱਖ ਆਲਸ ਕਰ ਜਾਂਦਾ ਹੈ। ਬੁਰਿਆਈ ਜਦੋਂ ਉੱਠਦੀ ਹੈ, ਉਸ ਵੇਲੇ ਕਾਹਲੀ ਕਰਦਾ ਹੈ, ਹੁਣ ਕੋਈ ਦੇਖ ਨਹੀਂ ਰਿਹਾ, ਧਨ ਕਿਸੇ ਦਾ ਸਹੀ, ਪਰ ਕੌਣ ਦੇਖਦਾ ਹੈ, ਚੁਰਾ ਲਵਾਂ। ਪਰਾਇਆ ਧਨ ਮੇਰੇ ਕਬਜ਼ੇ ਵਿੱਚ ਆ ਜਾਏ। ਚੋਰੀ ਦਾ ਖਿਆਲ ਉੱਠੇਗਾ ਤਾਂ ਚੋਰ ਦੇਰੀ ਨਹੀਂ ਕਰੇਗਾ, ਉਹ ਮੌਕਾ ਭਾਲਦਾ ਹੈ ਕਦੋਂ ਮਿਲੇ। ਪਰ ਜਿਸ ਵੇਲੇ ਨੇਕੀ ਦੇ ਕੰਮ ਤੇ ਖਰਚਣ ਦਾ ਮੌਕਾ ਆਵੇ, ਉਸ ਵੇਲੇ ਟਾਲਦਾ ਹੈ। ਬੁਰਿਆਈ ਹੋਏ ਸ਼ੇਰ, ਬੁਰਿਆਈ ਲਈ ਸ਼ੇਰ ਹੈ। ਇਸ ਨੂੰ ਪਤਾ ਹੀ ਨਹੀਂ ਗਾਫਲ ਨੂੰ। ਨਾਨਕ ਅੱਜ ਕੱਲ੍ਹ ਆਵਸੀ ਗਾਫਲ, ਫਾਹੀ ਪੈਰਾਂ ਨੂੰ ਫਾਹੀ ਕਦੋਂ ਪੈ ਜਾਣੀ ਹੈ, ਬਹੁਤਾ ਸਮਾਂ ਨਹੀਂ, ਪਰ ਮਨੁੱਖ ਦੀ ਕਮਜ਼ੋਰੀ ਹੈ। ਗੁਰੂ ਨਾਨਕ ਸਾਹਿਬ ਰਿਲੈਕਸੇਸ਼ਨ ਵਿੱਚ ਨੇ, ਟਿਕਾਅ ਵਿੱਚ ਨੇ। ਉਹ ਕਮਾਈ ਵੀ ਕਰਦੇ ਨੇ, ਬੁਢਾਪੇ ਵਿੱਚ ਆ ਕੇ ਵੀ ਖੇਤੀਬਾੜੀ ਕੀਤੀ, ਮੋਦੀ ਖਾਨਾ ਵੀ ਪਹਿਲੇ ਜਵਾਨੀ ਵਿੱਚ ਕੀਤਾ, ਪਰ ਭਟਕਣਾ ਵਿੱਚ ਕੋਈ ਕੰਮ ਨਹੀਂ ਕੀਤਾ। ਜਿੱਥੇ ਇਹ ਟਿਕਾਅ ਹੈ, ਉੱਥੇ ਇਹ ਨਾਗ ਆਵੇਗਾ, ਪਰ ਛਾਂ ਕਰਨ ਵਾਸਤੇ, ਦੱਸਣ ਲਈ ਨਹੀਂ। ਦੱਸਦਾ ਉਦੋਂ ਹੈ ਜਦੋਂ ਅਸੀਂ ਟਿਕਾਅ ਤੋਂ ਪਾਸੇ ਹੋ ਕੇ ਦੌੜ ਭੱਜ ਵਿੱਚ ਕਿਸੇ ਦਾ ਹੱਕ ਮਾਰਨਾ ਚਾਹੁੰਦੇ ਹਾਂ। ਤੇ ਹੈ ਫਿਰ ਬੜਾ ਖਤਰਨਾਕ ਇਹ ਨਾਗ। ਇਹ ਸਰਪਣੀ ਫਿਰ ਡਸ ਲੈਂਦੀ ਹੈ। ਗੁਰਬਾਣੀ ਅੰਦਰ ਬਚਨ ਹੈ, ਮੋਹਨੀ ਮੋਹਤ ਰਹਿ ਨਾ ਹੋਰੀ। ਇਹ ਰੋਕਿਆ ਰੁਕਦੀ ਨਹੀਂ, ਮੋਹ ਲੈਂਦੀ ਹੈ। ਸਾਧਕ ਸਿੱਧ ਸਗਲ ਕੀ ਪਿਆਰੀ, ਟੁੱਟੈ ਨਾ ਕਾਹੂ ਤੋਰੀ।
ਜਿਹੜੇ ਸਾਧਨਾ ਕਰਨ ਵਾਲੇ ਨੇ ਜਦੋਂ ਨੇੜੇ ਹੋ ਕੇ ਦੇਖੋਗੇ ਉਹ ਵੀ ਮਾਇਆ ਪਿੱਛੇ, ਜਿਹੜੇ ਕਹਿੰਦੇ ਨੇ ਅਸੀਂ ਪੁੱਗ ਗਏ ਹਾਂ ਸਾਧਨਾ ਵਿੱਚ, ਸਿੱਧ ਹੋ ਗਏ ਹਾਂ, ਉਹ ਵੀ ਮਾਇਆ ਪਿੱਛੇ। ਖਟ ਸ਼ਾਸਤਰ ਉਚਰਤ ਰਸਨਾਗਰ, ਜਿਨ੍ਹਾਂ ਨੂੰ ਜ਼ਬਾਨੀ ਕੰਠ ਨੇ 6 ਸ਼ਾਸਤਰ ਧਰਮ ਗ੍ਰੰਥਾਂ ਦੀ ਵਿਆਖਿਆ ਤੱਕ ਕਰਦੇ ਹਨ। ਤੀਰਥ ਗਵਨ ਨਾ ਥੋਰੀ, ਤੀਰਥਾਂ ਤੇ ਜਾਂਦੇ ਨੇ ਉਹਨਾਂ ਦੀ ਹਾਲਤ ਦੇਖ ਲਓ। ਪੂਜਾ ਚੱਕਰ ਵਰਤ ਨੇਮ ਤਪੀਆ ਊਹਾਂ ਗੈਲ ਨਾ ਚੋਰੀ, ਜਿਹੜੇ ਗਣੇਸ਼ ਦੇ ਚੱਕਰ ਸਰੀਰ ਤੇ ਬਣਾਉਂਦੇ ਨੇ, ਵਰਤ ਰੱਖਦੇ ਨੇ, ਨੇਮ ਸਾਧਦੇ ਨੇ, ਤਪ ਕਰਦੇ ਹਨ, ਉੱਥੇ ਵੀ ਇਹ ਖਹਿੜਾ ਨਹੀਂ ਛੱਡਦੀ। ਬੜੀ ਸਾਵਧਾਨੀ ਦੀ ਲੋੜ ਹੈ। ਅੰਧਕੂਪ ਮੈਂ ਪਤਿਤ ਹੋਤ ਜਗ, ਸੰਤੋ ਕਰੋ ਪਰਮਗਤ ਮੋਰੀ, ਸਾਧ ਸੰਗਤ ਨਾਨਕ ਭਇਓ ਮੁਕਤਾ, ਦਰਸ਼ਨ ਪੇਖਤ ਪੂਰੀ। ਸਾਧ ਸੰਗਤ ਵਿੱਚ ਕੋਈ ਜੁੜ ਜਾਏ ਤੇ ਮੱਤ ਲੈ ਲੈ, ਫਿਰ ਉਸ ਨੂੰ ਪਤਾ ਹੈ ਇਹ ਮਾਇਆ ਕਮਾਉਣੀ ਕਿਵੇਂ ਹੈ, ਇਸ ਨੂੰ ਖਰਚਣਾ ਕਿਵੇਂ ਹੈ। ਉਹ ਜ਼ਿੰਦਗੀ ਵਿੱਚ ਜ਼ਹਿਰ ਨਹੀਂ ਆਉਣ ਦਿੰਦਾ। ਸਾਧ ਸੰਗਤ ਵਿੱਚ ਇੱਕ ਟਿਕਾ ਮਿਲਦਾ ਹੈ ਤੇ ਪਰਮ ਟਿਕਾ ਨਾਲ ਜੁੜਨ ਦੀ ਜੁਗਤ ਮਿਲਦੀ ਹੈ। ਆਮ ਸੰਸਾਰ ਦੀ ਹਾਲਤ ਇਹੀ ਹੈ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਇਹਦੇ ਸੇਵਾਦਾਰ ਬਣ ਗਏ ਹਾਂ, ਭੋਗਣ ਵਾਲੇ ਨਹੀਂ ਬਣੇ। ਕਬੀਰ ਸਾਹਿਬ ਜੀ ਨੇ ਤਾਂ ਇਸ ਤੋਂ ਵੀ ਅਗਾਂਹ ਦੀ ਗੱਲ ਕੀਤੀ ਹੈ। ਖੈਰ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ, ਗੁਰਮੁਖ ਕੋਈ ਗਾਰੜੂ ਤਿਨ ਮਲ ਦਲ ਲਾਈ ਪਾਏ। ਗੁਰੂ ਦੀ ਮੱਤ ਤੇ ਚੱਲਣ ਵਾਲੇ ਨੂੰ ਜੁਗਤ ਹੈ, ਉਹ ਇਹਨੂੰ ਚਰਨਾਂ ਦੀ ਦਾਸੀ ਬਣਾ ਲੈਂਦਾ ਹੈ। ਗਰੜ ਮੰਤਰ ਵਾਲੇ ਸੁਭਾਅ ਨੂੰ ਜਾਣਨ ਦੇ ਕਾਰਨ ਗਰੜ ਸੱਪ ਨੂੰ ਖਾ ਜਾਂਦਾ ਹੈ, ਸੱਪ ਉਸ ਨੂੰ ਡਸ ਨਹੀਂ ਸਕਦਾ। ਨਾਨਕ ਸਈ ਉਬਰੇ ਜੇ ਸੱਚ ਰਹੇ ਲਿਵ ਲਾਏ। ਕਬੀਰ ਜੀ ਨੇ ਆਖਿਆ ਹੈ, ਦੇਖੋ ਭਾਈ, ਮਾਇਆ ਨੂੰ ਨਫ਼ਰਤ ਨਾ ਕਰੋ। ਜਿਹਦੇ ਪੱਲੇ ਕੁਝ ਨਹੀਂ ਉਹਦੀ ਵੀ ਕੋਈ ਜ਼ਿੰਦਗੀ ਨਹੀਂ। ਗ੍ਰਹਿ ਸੋਭਾ ਜਾ ਕਹਿ ਰੇ ਨਾਹੇ, ਆਵਤ ਪਹੀਆ ਖੂਦੇ ਜਾਹੇ। ਪੱਲੇ ਕੌਡੀ ਨਹੀਂ, ਕੋਈ ਰਾਹਗੀਰ ਵੀ ਆ ਗਿਆ ਭੁੱਖਾ ਹੈ, ਭੋਜਨ ਕਿੱਥੋਂ ਛਕਾਓਗੇ। ਤੇ ਇਹ ਬੜਾ ਪਰਮ ਧਰਮ ਸਾਡੇ ਪੁਰਾਣੇ ਸਮਿਆਂ ਵਿੱਚ ਮੰਨਿਆ ਜਾਂਦਾ ਰਿਹਾ ਹੈ। ਜਿਹਨੂੰ ਤੁਸੀਂ ਜਾਣਦੇ ਵੀ ਨਹੀਂ, ਉਹ ਵੀ ਘਰ ਆ ਜਾਏ, ਭੋਜਨ ਦਾ ਵਕਤ ਹੈ ਤਾਂ ਉਸ ਨੂੰ ਭੋਜਨ ਛਕਾਓ। ਭੁੱਖਾ ਹੈ ਭੋਜਨ ਛਕਾਓ, ਇਹ ਪਰਉਪਕਾਰ ਹੈ। ਭਾਈ ਨੰਦ ਲਾਲ ਜੀ ਦੇ ਲੰਗਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸੇ ਲਈ ਵਧੇਰੇ ਸਲਾਹਿਆ ਸੀ। ਕੁਵੇਲੇ ਵੀ ਕੋਈ ਆ ਜਾਏ ਤਾਂ ਉਸ ਨੂੰ ਲੰਗਰ ਮਿਲੇ, ਉਹ ਭੁੱਖਾ ਨਾ ਜਾਏ। ਸੋ ਗ੍ਰਹਿ ਸੋਭਾ ਜਾ ਕਹਿ ਰੇ ਨਾਹੇ, ਆਵਤ ਪਹੀਆ ਖੂਦੇ ਜਾਹੇ। ਵਾਕਈ ਅੰਤਰ ਨਾਹੀ ਸੰਤੋਖ, ਬਿਨ ਸੁਹਾਗਨ ਲਾਗੈ ਦੋਖ। ਇਹ ਤਾਂ ਆਦਮੀ ਦੇ ਅੰਦਰ ਇੱਕ ਸੰਤਾਪ ਭਰ ਜਾਵੇਗਾ ਕਿ ਮਾਇਆ ਕੋਲ ਨਹੀਂ। ਧਨ ਸੁਹਾਗਨ ਮਹਾਪਵੀਤ, ਇਸ ਨੂੰ ਮਹਾਪਵਿੱਤਰ ਵੀ ਆਖਿਆ, ਪਰ ਇੱਕ ਸ਼ਰਤ ਤੇ, ਜੇ ਇਸ ਨੂੰ ਸੁਹਾਗਣ ਬਣਾ ਕੇ ਰੱਖੋ, ਭੋਗਣਾ ਜਾਣਦੇ ਹੋਵੋ। ਸੁਹਾਗਣ ਬੜੀ ਪਵਿੱਤਰ ਹੈ। ਧਨ ਸੁਹਾਗਨ ਮਹਾਪਵੀਤ, ਤਪੇ ਤਪੀਸਰ ਡੋਲੇ ਚੀਤ। ਪਰ ਇਸ ਦੀ ਸੁੰਦਰਤਾ ਤੇ ਤਪੇ ਤਪੀਸਰ ਵੀ ਡੋਲਦੇ ਫਿਰਦੇ ਨੇ। ਕਾਰਨ ਕੀ ਹੈ? ਬਸ ਇਹ ਰਿਸ਼ਤਾ ਸਮਝਣ ਵਾਲਾ ਹੈ। ਕਬੀਰ ਜੀ ਨੇ ਆਖਿਆ, ਸੁਹਾਗਨ ਕਿਰਪਨ ਕੀ ਪੂਤੀ। ਕੰਜੂਸ ਬੰਦੇ ਨੇ ਧੀ ਬਣਾ ਕੇ ਸੰਭਾਲਣੀ ਸ਼ੁਰੂ ਕਰ ਦਿੱਤੀ। ਤੇ ਕੋਈ ਵੀ ਕੰਤ ਪਤੀ ਆਪਣੀ ਪਤਨੀ ਨੂੰ ਧੀ ਵਾਲਾ ਰਿਸ਼ਤਾ ਬਣਾ ਕੇ ਸੰਭਾਲਣ ਲੱਗ ਪਵੇ, ਪਾਲਦਾ ਰਵੇ, ਭੋਗੇ ਨਾ, ਤਾਂ ਸੋਚ ਲਓ ਉਸ ਨੂੰ ਸਿਆਣਾ ਕਹੋਗੇ। ਮਾਇਆ ਦੇ ਸੰਬੰਧ ਵਿੱਚ ਇਹ ਗਲਤੀ ਅਸੀਂ ਆਮ ਤੌਰ ਤੇ ਕਰਦੇ ਹਾਂ। ਚਮੜੀ ਚਲੀ ਜਾਏ ਪਰ ਦਮੜੀ ਨਹੀਂ ਛੱਡਦੇ। ਅਖੀਰ ਵਿੱਚ ਮੈਂ ਇੱਕ ਛੋਟੀ ਜਿਹੀ ਘਟਨਾ ਤੁਹਾਨੂੰ ਸੁਣਾਉਂਦਾ ਹਾਂ। ਇੱਕ ਮਾਰਵਾੜੀ ਮਰਨ ਦੇ ਕੰਢੇ ਸੀ। ਬੜਾ ਬਿਜ਼ਨਸ ਉਸ ਦਾ, ਮਾਇਆ ਦੀ ਕੋਈ ਕਮੀ ਨਹੀਂ, 4 ਪੁੱਤਰ। ਅੱਜ ਬਿਜ਼ਨਸ ਖੋਲ੍ਹਣ ਵਾਸਤੇ ਦੁਕਾਨ ਤੇ ਕੋਈ ਗਿਆ ਨਾ, ਤੇ 4 ਪੁੱਤਰ ਪਾਸ ਬੈਠੇ ਨੇ। ਪਤਾ ਨਹੀਂ ਪ੍ਰਾਣ ਪੰਖੇਰੂ ਕਦੋਂ ਉੱਡ ਜਾਣ। ਹੁਣ ਮਰਿਆ ਕਿ ਪਲ ਬਾਅਦ ਮਰਿਆ, ਐਸੀ ਅਵਸਥਾ ਹੈ। ਉਹ ਬੱਚੇ ਆਪਸ ਵਿੱਚ ਗੱਲਾਂ ਕਰਦੇ ਹਨ। ਛੋਟਾ ਆਖਦਾ ਹੈ, ਸਾਰੀ ਉਮਰ ਸਾਡੇ ਬਾਪੂ ਨੇ ਕਮਾਇਆ ਹੀ ਹੈ,
ਕਦੀ ਚੰਗੀ ਗੱਡੀ ਤੇ ਸਵਾਰੀ ਕਰਕੇ ਨਹੀਂ ਦੇਖੀ। ਜਿਸ ਵੇਲੇ ਸੰਸਕਾਰ ਵਾਸਤੇ ਲਾਸ਼ ਲੈ ਕੇ ਜਾਣਾ ਹੈ, ਮੇਰਾ ਦਿਲ ਕਰਦਾ ਹੈ ਰੋਲਸ ਰॉयस ਤੇ ਲੈ ਕੇ ਜਾਈਏ। ਬਾਪ ਅਜੇ ਹੋਸ਼ ਵਿੱਚ ਹੈ, ਸੁਣ ਰਿਹਾ ਕਿ ਉਸ ਤੋਂ ਵੱਡਾ ਬੋਲ ਉੱਠਿਆ। ਉਹਨੇ ਆਖਿਆ, ਮੂਰਖਾ, ਤੇਰਾ ਜ਼ਿੰਦਗੀ ਦਾ ਕੋਈ ਤਜਰਬਾ ਨਹੀਂ। ਲਾਸ਼ ਹੈ। ਰੋਲਸ ਰॉयस ਤੇ ਚਲੇ ਗਈ ਕਿ ਕਿਸੇ ਹੋਰ ਸਾਧਨ ਨਾਲ ਲੈ ਗਏ, ਕੀ ਫਰਕ ਪੈਂਦਾ ਹੈ? ਮੇਰੇ ਇੱਕ ਮਿੱਤਰ ਦੇ ਪਾਸ ਐਂਬੈਸਡਰ ਗੱਡੀ ਹੈ, ਹਾਲਾਂਕਿ ਇੱਕ ਹੌਰਨ ਨੂੰ ਛੱਡ ਕੇ ਬਾਕੀ ਸਭ ਕੁਝ ਉਸ ਦਾ ਵੱਜਦਾ ਹੈ, ਹੌਰਨ ਨਹੀਂ ਵੱਜਦਾ, ਖਟਾਰਾ ਹੈ। ਪਰ ਇੱਕ ਲਾਸ਼ ਨੂੰ ਕੀ ਫਰਕ ਪੈਂਦਾ ਹੈ? ਗੱਡੀ ਕਰਨੀ ਹੈ ਨਾ, ਸਸਤੀ ਬਣ ਜਾਏਗੀ, ਮੈਂ ਉਸ ਨੂੰ ਕਹਾਂਗਾ, ਉਸ ਤੇ ਲੈ ਚੱਲਾਂਗੇ। ਇਹ ਮਰ ਰਿਹਾ ਇਨਸਾਨ ਬਾਪ ਸਭ ਕੁਝ ਸੁਣ ਰਿਹਾ। ਤਦੋਂ ਨੂੰ ਉਸ ਤੋਂ ਵੱਡਾ ਬੋਲ ਉੱਠਿਆ। ਉਹਨੇ ਆਖਿਆ, ਮੇਰਾ ਤਜਰਬਾ ਤੁਹਾਡੇ ਨਾਲੋਂ ਵਧੇਰੇ ਹੈ। ਅੰਬੈਸਡਰ ਵਾਲਾ ਵੀ ਖਬਰੇ ਕਿੰਨੇ ਪੈਸੇ ਮੰਗ ਲਵੇ। ਫਿਰ ਲਾਸ਼ ਹੀ ਲੈ ਕੇ ਜਾਣੀ ਹੈ ਨਾ, ਕਾਰ ਤੇ ਕੋਈ ਜ਼ਰੂਰੀ ਹੈ? ਕਿਸੇ ਟਾਂਗੇ ਵਾਲੇ ਨਾਲ ਗੱਲ ਕਰ ਲੈਂਦੇ ਹਾਂ। ਮੈਂ ਇੱਕ ਟਾਂਗੇ ਵਾਲੇ ਨੂੰ ਜਾਣਦਾ ਹਾਂ, ਹਾਲਾਂਕਿ ਘੋੜੀ ਉਸ ਦੀ ਲੰਗੜੀ ਹੈ, ਤੋ ਹੁੱਜ ਤਾਂ ਥੋੜ੍ਹੇ ਬਹੁਤੇ ਲੱਗਣਗੇ ਹੀ, ਪਰ ਲਾਸ਼ ਨੂੰ ਕੀ ਫਰਕ ਪੈਂਦਾ ਹੈ? ਸਸਤੇ ਵਿੱਚ ਕੰਮ ਸਰ ਜਾਏਗਾ। ਤਦੋਂ ਨੂੰ ਸਭ ਤੋਂ ਵੱਡਾ ਬੋਲ ਉੱਠਿਆ, ਵੱਡੇ ਰਈਸ ਕਿੱਥੋਂ ਪੈਦਾ ਹੋ ਗਏ ਤੁਸੀਂ? ਕੋਈ ਰੋਲਸ ਰॉयस ਆਖਦਾ ਹੈ, ਕੋਈ ਐਂਬੈਸਡਰ ਦੀ ਗੱਲ ਕਰਦਾ ਹੈ, ਕੋਈ ਟਾਂਗੇ ਤੇ ਖਰਚਾ ਕਰਨ ਲਈ ਤਿਆਰ ਹੈ। ਆਦਮੀ ਮਰ ਗਿਆ ਜਿਸ ਵੇਲੇ, ਖਰਚੇ ਕਰਨੇ ਬੇਕਾਰ ਨੇ। ਮੇਰੀ ਮੰਨੋ, ਕੋਈ ਭਿਖਾਰੀ ਮਰ ਜਾਂਦਾ ਹੈ, ਤੁਸੀਂ ਦੇਖਿਆ ਕਿ ਨਹੀਂ ਸੜਕ ਦੇ ਕੰਢੇ? ਮਿਊਨਿਸਪਲ ਕਾਰਪੋਰੇਸ਼ਨ ਵਾਲਿਆਂ ਦੇ ਰੇੜੇ ਤੇ ਰੱਖ ਕੇ ਲੈ ਜਾਂਦੇ ਹਨ। ਬਾਹਰ ਕਿਧਰੇ ਟਿਕਾ ਦਿਆਂਗੇ, ਉਹ ਰੇੜੇ ਤੇ ਲੈ ਜਾਣਗੇ ਕਿ ਪਿਓ ਸੁਣ ਰਿਹਾ ਸਭ ਕੁਝ। ਉਹਨੇ ਆਖਿਆ, ਨਲਾਇਕੋ, ਦੁਕਾਨ ਕਿਸੇ ਨੇ ਖੋਲੀ ਹੈ ਕਿ ਨਹੀਂ? ਸਾਰੇ ਇੱਥੇ ਬੈਠੇ ਹੋ, ਤੁਸੀਂ ਮੈਨੂੰ ਬਚਾ ਲਓਗੇ? ਕੋਈ 4 ਪੈਸੇ ਕਮਾਉਣੇ ਵੀ ਹਨ ਕਿ ਨਹੀਂ? ਵੱਡੇ ਰਈਸ ਆ ਗਏ ਤੁਸੀਂ। ਕਦੀ ਬਾਪ ਦਾਦੇ ਨੇ ਰੋਲਸ ਰॉयस ਦੇਖੀ ਹੈ? ਕੋਈ ਐਂਬੈਸਡਰ ਦੀ ਗੱਲ ਕਰਦਾ ਹੈ, ਕੋਈ ਟਾਂਗੇ ਦੀ ਕਰਦਾ ਹੈ, ਤੇ ਚੌਥੇ ਨੇ ਵੀ ਸ਼ਰਮ ਲਾ ਰੱਖੀ ਹੈ ਕਿ ਰੇਹੜੀ ਤੇ ਭਿਖਾਰੀਆਂ ਤਰ੍ਹਾਂ ਲੈ ਜਾਣਗੇ। ਮੈਨੂੰ ਕਿਸੇ ਨੇ ਪਛਾਣ ਲਿਆ, ਬੇਇੱਜ਼ਤੀ ਨਹੀਂ ਹੋਵੇਗੀ? ਇਸ ਲਈ ਦੱਸੋ ਮੇਰੀ ਜੁੱਤੀ ਕਿੱਥੇ ਹੈ? ਮੈਂ ਪਾ ਕੇ ਤੁਰ ਕੇ ਚਲੇ ਜਾਂਦਾ। ਪੈਸਾ ਕੀ ਚੀਜ਼ ਬਣ ਗਿਆ ਹੈ ਸਾਡੇ ਵਾਸਤੇ? ਜੀਵਨ ਦੇ ਅੰਦਰ ਦੌਲਤ ਗੁਜਰਾਨ ਹੈ, ਗੁਜ਼ਾਰਾ ਕਰਨ ਵਾਸਤੇ ਜ਼ਰੂਰ ਚਾਹੀਦੀ ਹੈ। ਵੱਧ ਤੋਂ ਵੱਧ ਕਮਾਓ ਮਿਹਨਤ ਕਰਕੇ, ਪਰ ਜ਼ਹਿਰ ਨਾ ਭਰਨ ਦਿਓ ਜ਼ਿੰਦਗੀ ਵਿੱਚ। ਖਰਚੋ ਵੀ, ਤਾਂ ਵੀ ਜ਼ਹਿਰੀਲੇ ਕੰਮਾਂ ਤੇ ਨਹੀਂ, ਫਿਰ ਇਹ ਛਾਂ ਕਰਦੀ ਹੈ, ਫਿਰ ਇਸ ਵਿੱਚੋਂ ਅਸੀਂ ਸੁੱਖ ਭੋਗਦੇ ਹਾਂ। ਇਸੇ ਲਈ ਕਬੀਰ ਜੀ ਨੇ ਆਖਿਆ ਸੀ, ਸਾਧੂ ਕਹਿ ਠਾਢੀ ਦਰਬਾਰ, ਸ਼ਰਨ ਤੇਰੀ ਮੋਕੋ ਨਿਸਤਾਰ। ਸਾਧੂ ਦੇ ਦਰਬਾਰ ਤੇ ਖੜੋ ਕੇ ਤਾਂ ਮਾਇਆ ਮਿੰਨਤਾਂ ਕਰਦੀ ਏ, ਮੈਂ ਤੇਰੀ ਸ਼ਰਨ ਵਿੱਚ ਹਾਂ, ਮੇਰਾ ਵੀ ਭਲਾ ਹੋ ਜਾਏ। ਸਾਧੂ ਨੇ ਚੰਗੇ ਪਾਸੇ ਲਾਉਣੀ ਹੈ, ਨੇਕੀ ਨਾਲ ਕਮਾਉਣੀ ਹੈ। ਸੋ ਗੁਰੂ ਨਾਨਕ ਸਾਹਿਬ ਜੀ ਨੂੰ ਮਾਇਆ ਦੀ ਨਾਗਣੀ ਡਸ ਨਹੀਂ ਸਕਦੀ, ਤੇ ਗੁਰੂ ਨਾਨਕ ਨੇ ਸਿੱਖ ਨੂੰ ਐਸਾ ਜੀਵਨ ਦਿੱਤਾ ਹੈ। ਸਿੱਖ ਤੋਂ ਮੇਰਾ ਮਤਲਬ ਕੇਵਲ ਖਾਲਸਾ ਪੰਥ ਨਹੀਂ, ਜਿਹੜਾ ਵੀ ਬਾਬੇ ਦੀ ਸਿੱਖਿਆ ਤੇ ਚੱਲੇ ਉਸ ਨੂੰ ਸੱਪ ਛਾਇਆ ਕਰੇਗਾ। ਇਹ ਮਾਇਆ ਦੀ ਨਾਗਣੀ ਛਾਵਾਂ ਦੇਵੇਗੀ, ਕਿਉਂਕਿ ਲੋੜ ਹੈ। ਬਿਮਾਰ ਹੋ, ਦਵਾ ਦਾਰੂ ਕਰਨਾ ਹੈ, ਮਾਇਆ ਦੀ ਲੋੜ ਹੈ। ਜ਼ਿੰਦਗੀ ਦੀਆਂ ਹੋਰ ਜ਼ਰੂਰਤਾਂ ਪੂਰੀਆਂ ਕਰਨੀਆਂ ਨੇ, ਮਾਇਆ ਦੀ ਜ਼ਰੂਰਤ ਹੈ। ਢੰਗ ਨਾਲ ਕਮਾਉਣ ਤੇ ਢੰਗ ਨਾਲ ਖਰਚਣ ਵਾਲੇ ਨੂੰ ਇਹ ਸਰਪਣੀ ਸਦਾ ਫਣ ਫੈਲਾ ਕੇ ਛਾਇਆ ਦਿੰਦੀ ਹੈ। ਪਰ ਜਦੋਂ ਮਨੁੱਖ ਉਹ ਢੰਗ ਗਵਾ ਬਹਿੰਦਾ ਹੈ, ਫਿਰ ਜ਼ਹਿਰ ਹੀ ਜ਼ਹਿਰ ਹੈ। ਅਰਦਾਸ ਹੀ ਹੈ, ਵਾਹਿਗੁਰੂ ਕਿਰਪਾ ਕਰੇ ਗੁਰੂ ਨਾਨਕ ਸਾਹਿਬ ਦੀ ਮੱਤ ਤੇ ਚੱਲ ਕੇ ਅਸੀਂ ਰਿਲੈਕਸ ਜੀਵਨ ਜੀਵੀਏ, ਤੇ ਇਹ ਮਾਇਆ ਫਣ ਫੈਲਾ ਕੇ ਸਾਨੂੰ ਛਾਇਆ ਕਰਦੀ ਰਹੇ। ਸਿੱਖ ਗੁਰੂ ਦਾ ਰੂਪ ਹੈ, ਜੋ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ, ਉਸ ਨੂੰ ਉਹ ਸੁੱਖ ਮਿਲਦੇ ਨੇ ਜੋ ਗੁਰੂ ਦੇ ਚਰਨਾਂ ਵਿੱਚ ਨੇ। ਇਹ ਮਾਇਆ ਦੀ ਨਾਗਣੀ ਤੁਹਾਨੂੰ ਵੀ ਛਾਵਾਂ ਕਰ ਸਕਦੀ ਹੈ, ਪਰ ਜੁਗਤ ਨਾਲ ਚੱਲੋਗੇ, ਫਿਰ ਇਹ ਜ਼ਹਿਰ ਨਹੀਂ ਜ਼ਿੰਦਗੀ ਵਿੱਚ ਭਰੇਗੀ। ਅਰਦਾਸ ਹੈ ਵਾਹਿਗੁਰੂ ਸਾਨੂੰ ਐਸਾ ਜੀਵਨ ਬਖਸ਼ੇ
ਕਿ ਸਾਡੀ ਸੇਵਾਦਾਰ ਬਣੇ, ਸੁਹਾਗਣ ਰਹੇ, ਪੁੱਤਰੀ ਨਾ ਬਣਾ ਕੇ ਬੈਠ ਜਾਈਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਅਖੀਰ ਵਿੱਚ ਉਹੀ ਬੇਨਤੀ ਮੈਂ ਫਿਰ ਕਰਨੀ ਚਾਹੁੰਦਾ ਹਾਂ ਕਿ ਆਪ ਜੀ ਨੇ ਸ਼ੇਅਰ ਜ਼ਰੂਰ ਬਾਕੀਆਂ ਨਾਲ ਵੀਡੀਓ ਨੂੰ ਕਰਨਾ, ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਜੋ ਕਮੈਂਟ ਦੇਣੇ ਚਾਹੋ ਉਹ ਵੀ ਲਿਖ ਸਕਦੇ ਹੋ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।